खालसा वाहिगुरू जी की फतेह। गुरु खालसा पंथ जी रात दे 1:45 वज चुके आ। फतेहगढ़ साहिब की धरती बाबा जोरावर सिंह, बाबा फतेह सिंह, माता गुजर कौर जी दी चरण शरण नसीब होई, किसी रूप विच होई। शुक्र और सानू ताकत बख्शण। जदों साहिबजादियां नूं फड़ के लिआंदा सी ते किहो जिहा माहौल होऊ। माता गुजर कौर जी दा, बाबा जोरावर सिंह, बाबा फतेह सिंह जी दा ते हौसले किन्ने बुलंद होणगे। उमरां दी गल नहीं, हौसलियां दी गल होया करदी है। ते बड़ा पुराना साडा बाबे के बाबर के दो चले आउने हैं। सिलसिला खत्म नहीं हुआ, सिलसिला जारी रहेगा। होया कि तुहाडे सन्मुख हो रहे हाँ कि श्री गुरु ग्रंथ साहिब महाराज जियां दे 328 स्वरूप जो श्रोमणी गुरुद्वारा प्रबंधक कमेटी ते काबज बादलकियां वल्लों चोरी वेच दिते गए, तिन्नां दे इंसाफ लई पिछले 22 महीनिਆਂ ਤੋਂ ਅਸੀਂ पंथक होके दे रूप विच आवाज दे रहे हैं। सरकारां बदलियां, निजाम बदले, सोचिया बदला आया, आस किरण दी जागी कि सानू इंसाफ जरूर मिलूगा। असीं 6 महीने सरकार नूं ਡੀਕਣ ਤੋਂ ਬਾਅਦ एक याद पत्र पहला जिला DC ਸਾਹਿਬਾਨਾਂ ਨੂੰ ਦਿੱਤੇ ਜਾਂਦੇ ਨੇ, ਉਦੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਤੱਕ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਹੜਾ ਕਿ ਅਸੀਂ 150-200 ਗੱਡੀਆਂ ਦੇ ਕਾਫਲੇ ਦੇ ਨਾਲ ਭਗਵੰਤ ਸਿੰਘ ਮਾਨ ਦੇ ਘਰ ਸੰਗਰੂਰ ਪਹੁੰਚਦੇ ਹਾਂ 20 ਅਗਸਤ ਨੂੰ। ਅਫਸੋਸ ਕਿ ਜਿਹੜਾ ਡੀਂਗਾ ਮਾਰਦਾ ਸੀ ਇਹ ਲੋਕਾਂ ਦੀ ਸਰਕਾਰ ਹੈ, ਆਮ ਆਦਮੀ ਦੀ ਸਰਕਾਰ ਹੈ। ਇਹ ਤੁਹਾਡੇ ਮਸਲੇ ਹੱਲ ਕਰੇਗੀ, ਤੁਹਾਨੂੰ ਆਉਣ ਦੀ ਲੋੜ ਨਹੀਂ, ਸਰਕਾਰ ਤੁਹਾਡੇ ਤੱਕ ਪਹੁੰਚੇਗੀ। ਪਰ ਸੱਚਾਈ ਕੁਝ ਹੋਰ ਹੈ। ਇਹ ਹਾਥੀ ਦੇ ਉਹ ਦੰਦ ਨੇ, ਖਾਣ ਨੂੰ ਹੋਰ ਤੇ ਦਿਸਣ ਨੂੰ ਹੋਰ। ਹੋਇਆ ਕਿ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ 4 ਘੰਟੇ ਕੀਰਤਨ ਕੀਤਾ ਗਿਆ, ਉਡੀਕਿਆ ਗਿਆ, ਕੋਈ ਨਹੀਂ ਬੋੜਿਆ। ਅਖੀਰੀ ਸੰਗਤ ਦਾ ਫੈਸਲਾ ਸੀ, ਸਿਰ ਨਵਾਇਆ, ਇਨਸਾਫ ਲੈ ਬਿਨਾ ਮੁੜਨਾ ਨਹੀਂ। ਅਸੀਂ ਰੋਜ਼ ਉੱਥੇ ਸਿੱਖ ਨੀਤੀ ਪੰਥਕ ਮੋਰਚੇ ਦੇ ਰੂਪ ਵਿੱਚ ਆਵਾਜ਼ ਦੇਣੀ ਸ਼ੁਰੂ ਕੀਤੀ। ਉਸ ਆਵਾਜ਼ ਵਿੱਚ ਕੋਈ ਜਿੰਦਾਬਾਦ ਨਹੀਂ, ਕੋਈ ਮੁਰਦਾਬਾਦ ਨਹੀਂ। ਸਵੇਰੇ ਨਿਤਨੇਮ ਹੁੰਦਾ ਹੈ, ਦੁਪਹਿਰੇ ਸੁਖਮਨੀ ਸਾਹਿਬ, ਸ਼ਾਮ ਨੂੰ ਸੋਧਰ ਤੇ ਕੀਰਤਨ ਹੁੰਦਾ ਹੈ। ਇਹ ਲਗਾਤਾਰ 6 ਦਿਨ ਪ੍ਰੋਗਰਾਮ ਜਿਹੜਾ ਸੀ ਚੱਲਿਆ। ਦੂਜੇ ਦਿਨ ਕੁਝ ਸੰਗਤਾਂ ਆਉਂਦੀਆਂ ਨੇ, ਤੀਜੇ ਦਿਨ ਕੁਝ BJP ਦੇ ਆਗੂ ਆਉਂਦੇ ਨੇ, ਬਿਕਰਮਜੀਤ ਸਿੰਘ ਹੋਣੀ। ਅਸੀਂ ਕੀ ਕਰ ਸਕਦੇ ਹਾਂ? ਚੌਥੇ ਦਿਨ IG ਔਰ SSP ਸੰਗਰੂਰ ਪਹੁੰਚਦੇ ਨੇ ਆਪਣੇ ਸਾਥੀਆਂ ਸਮੇਤ। ਸਾਨੂੰ ਪੱਤਰ ਦੇ ਦਿਓ, ਕੀ ਚਾਹੁੰਦੇ ਹੋ? ਇੱਕੋ ਹੀ ਜਵਾਬ ਸੀ, ਇਨਸਾਫ ਚਾਹੁੰਦੇ ਆ, ਸਾਨੂੰ ਦੇ ਦਿਓ। ਔਰ ਜਵਾਬ ਇਹ ਮਿਲਿਆ ਕਿ ਜਿਨ੍ਹਾਂ ਚੋਰੀ ਕੀਤੀ ਹੈ ਉਹ ਚੋਰ ਮੰਨਦੇ ਨਹੀਂ। ਅਗਰ ਜੇ ਉਹ ਮਾੜਾ ਜਿਹਾ ਵੀ ਲਿਖ ਦੇਣ ਤੇ ਮਾਨ ਸਰਕਾਰ ਉਹਨਾਂ ਤੇ ਪਰਚਾ ਕਰ ਸਕਦੀ ਹੈ। ਇਹ ਕਹਿ ਲਓ ਇਹ ਸਰਕਾਰ ਉਹ ਹੈ ਜਿਹੜੀ ਚੋਰ ਨੂੰ ਪੁੱਛੇਗੀ ਵੀ ਹੁਣ ਦੱਸ ਵੀ ਭਾਈ ਤੂੰ ਪਰਚਾ ਕਰਾਉਣਾ ਹੈ ਜਾਂ ਨਹੀਂ ਕਰਾਉਣ ਦੇ ਰੌਂਚ ਜਦੋਂ ਤੂੰ ਲਿਖੇਗਾ ਉਦੋਂ ਅਸੀਂ ਪਰਚਾ ਕਰਾਂਗੇ। ਇਹ ਕੁਝ ਘਟਨਾਕ੍ਰਮ ਵਾਪਰਿਆ। ਜੇ ਕਿਧਰੇ ਮੰਤਰੀਆਂ ਦੇ ਫੋਨ ਆਏ, ਨਿੱਜਰ ਸਾਹਿਬ ਦਾ ਫੋਨ ਵੀ ਆਇਆ, ਸੰਧਵਾ ਸਾਹਿਬ ਸਪੀਕਰ ਦਾ ਫੋਨ ਵੀ ਆਇਆ, ਜਿਹੜੇ ਆਪਣੇ ਆਪ ਨੂੰ ਬੜੇ ਧਾਰਮਿਕ ਹੋ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ। ਜਵਾਬ ਇਹਨਾਂ ਤੋਂ ਵੀ ਉਹੀ ਮਿਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਰੀ ਕੀਤੀ ਹੈ ਤੇ ਚੋਰ ਹੀ ਲਿਖ ਕੇ ਦਵੇ ਤਾਂ ਪਰਚਾ ਕਰ ਸਕਦੇ ਆ। ਭਾਵ ਕਾਨੂੰਨ, ਪ੍ਰਧਾਨਗੀਆਂ, ਪ੍ਰਸ਼ਾਸਨ, ਸਰਕਾਰਾਂ ਵੱਡੀਆਂ ਨੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕੋਈ ਇਹਨਾਂ ਤੋਂ ਕਾਨੂੰਨ ਨਹੀਂ ਜਿਹਦੇ ਨਾਲ ਇਹਨਾਂ ਲੋਕਾਂ ਨੂੰ ਨੱਥ ਪਾਈ ਜਾ ਸਕੇ। ਗੋਲਕ ਚੋਰੀ ਦੇ ਪਰਚੇ ਤਾਂ ਪ੍ਰਧਾਨਾਂ ਤੇ ਹੋ ਸਕਦੇ ਨੇ, ਚਾਹੇ ਉਹ GK ਸਰ ਨੇ ਹੋਣ, ਸਿਰਸੇ ਹੋਣ, ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜਾਏ ਤੇ ਜਿੰਨਾ ਚਿਰ ਚੋਰ ਲਿਖ ਕੇ ਨਾ ਦਏ ਉਹਨਾਂ ਚਿਰ ਪਰਚਾ ਨਹੀਂ ਕੀਤਾ ਜਾ ਸਕਦਾ। ਇੱਥੋਂ ਸਪਸ਼ਟ ਹੈ ਮਾਨ ਸਰਕਾਰ ਬਾਦਲਾਂ ਦੀ B ਟੀਮ ਹੈ। ਔਰ ਅਸੀਂ ਇਹ ਦਾਅਵੇ ਨਾ ਕਹਿੰਦੇ ਆ ਇਹ ਸੱਤਵਾਦੀਆਂ ਦੀ ਨਹੀਂ, ਇਹ ਅੱਤਵਾਦੀਆਂ ਦੀ ਸਰਕਾਰ ਬਣਾ ਲਈ। ਜੋ ਅੱਜ ਅਸੀਂ ਉੱਥੇ ਘਟਨਾਕ੍ਰਮ ਵੇਖਿਆ, ਅੱਜ ਦੀ ਰਾਤ ਜਿਹੜੀ ਸੀਗੀ, ਰਾਤ ਨੂੰ ਸਮਾਗਮ ਹੁੰਦਾ ਹੈ, ਕੀਰਤਨ ਹੁੰਦਾ ਹੈ, ਸੰਗਤਾਂ ਪ੍ਰਸ਼ਾਦ ਪਾਣੀ ਛਕ ਕੇ ਕੁਝ ਚਲੇ ਗਈਆਂ ਤੇ ਕੁਝ ਉੱਥੇ ਨੇ। ਔਰ ਜਿਹੜੇ ਸਰੀਰ ਸਾਡੇ ਨਾਲ ਪੱਕੇ ਸੇਵਾਦਾਰ ਰਹਿ ਰਹੇ ਸਨ, ਅਸੀਂ ਸਾਰੇ ਆਰਾਮ ਦੀ ਤਿਆਰੀ ਵਿੱਚ ਸਾਂ। ਸਾਰਾ ਦਿਨ ਦੀ ਥਕਾਵਟ ਵਿੱਚ ਸਾਰੇ ਨੇ ਘਰ ਛੱਡ ਕੇ ਬੈਠੇ ਹੋਏ ਆ। ਵੇਖਦੇ ਆ
थोड़े समय दे अंदर कोई CID वाले कुछ पुलिस वाले करीबन पता लग्या कि 700 के करीब उत्थे बंदे इकट्ठे कर ले गए। संगरूर नूं सील कर दिता गया और सानू इवें चुकण आए जिद्दां पता नहीं किड्डा क वड्डा ऑपरेशन करन चले होण। अगले पासे किन्ने क धाड़वी बैठे ने। असी बेनती कीती भाई बत्तियां जगा लैण दिओ, तुसी जोड़े लैके उत्ते ना आओ, असी बाणी पढ़दे आ, पोथियां पईयां ने, साडियां दस्तारां पईयां ने। इन्हां दी पुलिस ने, DSP ने, चीमा जिहड़ा सी उत्थे दा SSP, इन्हां सारियां दी अगवाई दे विच साडियां पग्गां ते जुत्तियां तक रखियां गईयां। बजुर्गा ये आर्मी चों रिटायर ने और इन्हां बजुर्गां दी पग्ग हत्थ 'च फड़ी होई आ, ਜਿਹੜੀਆਂ कि उन्हां दे पैरां थल्लियों खिच्चियां ने निकलदियां। इन्हां माइयां नूं धक्के मारे गए। इन्हां मतावां ने की उत्थे अतवाद दा उत्थे बीड़िया सीगा भी ਜਿਹੜੇ इन्हां नूं इन्ना करन दी लोड़ सी। इन्हां बजुर्गां नूं खिच खिच के गड्डियां 'ਚ इवें सुटिया जिवें पता नहीं इन्हां ने की वड्डा गुनाह कर दिता है। इधर भाई मलकीत सिंह मनावा मेरे साथी दा पिता है, 84 वेले दा फटड़ है, 5 साल जेल कट्टी। इस बजुर्ग नूं भी चुक के उवें सुटिया, पग्गां साडियां लाईयां गईयां, बुरी साडी हालत कीती। ये मान सरकार ने ये कह लीए कि बरगाड़ी दा काम करके बादल सरकार ने टोकरा सुआह दा सिर च पाया, इतिहास नूं अपने आप नूं कलंकित कीता, बदनामी खट्टी और उसे ही नक्शे कदम होने मान चल पिया। ये भगवंत मान दी सरकार चल पई, ਉਹੀ ਕੁਛ ਇਹਨਾਂ ਨੇ ਅੱਜ ਸਾਡੇ ਨਾਲ ਕੀਤਾ ਹੈ। ਪਰ ਅਸੀਂ ਦੱਸ ਦਈਏ ਭਗਵੰਤ ਸਿੰਘ ਮਾਨ ਜੀ, ਜੇ ਤੇਰੀ ਸਰਕਾਰ ਬਣਾ ਸਕਦੇ ਆ ਨਾ, ਫਿਕਰ ਨਾ ਕਰ, ਅੱਜ ਤੋਂ ਤੇਰੀ ਵੀ ਪੁੱਠੀ ਗਿਣਤੀ ਸ਼ੁਰੂ। ਸਰਕਾਰ ਤੇਰੀ ਵੀ ਨਹੀਂ ਰਹਿੰਦੀ। ਔਰ ਸੱਚ ਜਾਣੀ ਆਮ ਆਦਮੀ ਦਾ ਪੱਤਾ ਪੰਜਾਬ ਚੋਂ ਐਵੇਂ ਸਾਫ਼ ਕਰਾਂਗੇ ਜਿਵੇਂ ਬਾਦਲ ਕਿਆਂ ਦਾ ਕੀਤਾ ਹੈ। ਤੂੰ ਪੁਲਿਸ ਚਾੜ ਕੇ ਲਿਆਉਣਾ ਹੈ, तू गोलियां चला के वेख, तू डांगा मार के वेख। असी कीर्तन करन वाले लोग आ यार, तू साडे नाल इन्ना घटिया व्यवहार कीता, इन्नी माड़ी हरकत कीती तुहाडे पुलिस प्रशासन ने। पोथियां तक दी उत्थे परवाह नहीं कीती। कदे टेंट पाड़ दिओ जी, उत्थे चुल्हियां नूं लत्तां मार दिओ जी, गुरु के लंगर ने। ते ख्याल करियो जेड़े गुरु के लंगरां ते जुत्तियां समेत चढ़दे होण, खमियाजा तो कुदरत ने भी भुगताउणा है। इते गुरु नानक साहब ने भी कह दिता सी, शेरां दे वग शेरां ते पै जाण दुख कोई नहीं, पर गऊआं ते शेर पै जाण तां दुख हुंदा है। इते गऊ वर्गी संगत पाठ करके सौ रही सी, कोई बाणी पढ़ रहा सी, तुसीं जाके उत्थे कुछ कीता, साडे मोबाइल तक खोले। और शराब दी बो इन्हां दे कोलों इन्नी आ रही सी, रह रब दा नां, शराब पिया के लिआंदे भी जिद्दां सानू गालां भी कढाउणियां ने, डांगां भी फेरनियां ने, जलील करना, बेइज्जती करनी है कि ये 328 ਸਰੂਪਾਂ ਦਾ इंसाफ मंगना बंद कर देण। ये भुलेखा मन चों कढ दिओ। अज तुसीं साडे उस धरने नूं तार पीड़ कीता पंथक होके नूं, फिकर ना करो। 1 तरीक हाई कोर्ट दे विच है, 328 ਸਰੂਪਾਂ ਦੀ सुनवाई होण लैण दिओ। अगला प्रोग्राम इहो जिहा दिआंगे, तुसीं भी याद करोगे। ਇਹ ਕਿੱਡੀ ਕ ਗੱਲ ਹੈ। ਅਗਲਾ ਪ੍ਰੋਗਰਾਮ ਵੀ ਅਸੀਂ ਦਿਆਂਗੇ ਤੁਹਾਨੂੰ ਔਰ ਤਕੜਾ ਦਿਆਂਗੇ। ਵੇਖਦੇ ਆਂ ਬਾਬੇ ਕੇ ਬਾਬਰ ਕੇ ਦੋ ਕਿ ਕਿਹੜਾ ਫਿਰ ਕਿੱਥੋਂ ਤੱਕ ਖੜਦਾ ਹੈ। ਗੁਰੂ ਕਿਰਪਾ ਕਰੇ, ਸਤਿਗੁਰੂ ਬਖਸ਼ਿਸ਼ ਕਰੇ। ਇਹਨਾਂ ਬਜ਼ੁਰਗਾਂ ਦੀਆਂ ਪੱਗਾਂ ਲਾ ਕੇ ਆ ਭਾਈ ਅਵਤਾਰ ਸਿੰਘ ਉਹ ਹੈ ਜਿਹੜੀ ਮਾਨ ਸਰਕਾਰ ਨੇ ਅੱਜ ਕਰਤੂਤ ਕੀਤੀ ਇਸ ਬਜ਼ੁਰਗ ਨਾਲ। ਧੱਕੇ ਮਾਰੇ, ਇਵੇਂ ਚਾੜਿਆ ਜਿਵੇਂ ਸਮੈਕ ਦੇ ਕੋਈ ਤਸਕਰਾਂ ਨੂੰ ਤੇ ਹਾਰ ਪਾਉਨੇ ਹੋ। रिमांड तक नहीं तुसी लै सकते। और इन्हां वास्ते ये बजुर्ग है संगत जी, भाई महताब सिंह बीर खालसा बरादरी दे मुखी, जिन्हां ने 1920 विच दरबार साहब दे अंदर देग करवाउण वेले महंतां दा सफाया करके श्रोमणी कमेटी लिआंदी। होंद विच उस पहली इट दा नां भाई महताब सिंह बीर। इन्हां दे वडपुरखे करीम बख्श मौलवी तो सिंह सज्जे संत लखवीर सिंह जी बकापुर वाले फलौर दे नेड़े रहण वाले, ये उस खानदान चो भाई अवतार सिंह। इन्हां दे भी मोबाइल खोले और बुरी तरह इन्हां नाल व्यवहार किया गया। भाई अमरपाल सिंह साडे बजुर्ग ने, मरीज ने, कल अजे आस्ट्रेलिया तो आए, पर श्री गुरु ग्रंथ साहिब जी करके और रातों रात आराम किए बिना इत्थे पहुंचे। आ पग इन्हां दे सिर ते भी है नहीं सी।
ਇਹਨਾਂ ਨੇ ਵੀ ਛੋਟੀ ਦਸਤਾਰ ਬੰਨੀ ਹੋਈ, ਹੁਣ ਬੰਨੀਆਂ ਨੇ। ਇਹਨਾਂ ਨੇ ਅੱਜ ਉਹ ਕੰਮ ਕਰਤਾ ਕਿ ਜਿਹੜਾ ਕਦੇ ਬਾਦਲ ਸਰਕਾਰ ਕਰਦੀ ਰਹੀ ਸੀ ਸਿੱਖਾਂ ਨਾਲ, ਕਦੇ ਬਰਗਾੜੀ, ਕਦੇ ਗੁਰਦਾਸਪੁਰ, ਕਦੇ ਸਨਾਮ, ਕਦੇ ਕੋਟਕਪੁਰੇ, ਅੱਜ ਉਹ ਭਗਵੰਤ ਮਾਨ ਦੀ ਸਰਕਾਰ ਨੇ ਤੇ ਭਗਵੰਤ ਮਾਨ ਦੇ ਪ੍ਰਸ਼ਾਸਨ ਨੇ ਟੋਕਰਾ ਸਵਾਹ ਦਾ ਆਪਣੇ ਸਿਰ 'ਚ ਪਵਾ ਲਿਆ ਔਰ ਸਾਨੂੰ ਉੱਥੋਂ ਚੁੱਕ ਕੇ ਸੀਲ ਕਰਕੇ ਪੂਰਾ ਸੰਗਰੂਰ ਨੂੰ ਤੇ ਕਿੰਨੇ ਜ਼ਿਲ੍ਹੇ ਟਪਾ ਕੇ ਤੇ ਅੱਜ ਸਾਨੂੰ ਫਤਿਹਗੜ੍ਹ ਸਾਹਿਬ ਛੱਡਿਆ। ਪਰ 144 ਤਹਿਤ ਨਾ 144 ਦਫਾ ਲਗਾਤੀ ਗਈ ਉਸ ਏਰੀਏ 'ਚ। ਉੱਥੇ ਉਹ ਲਾਈ ਗਈ ਵੀ ਜਿੱਦਾਂ ਉੱਥੇ ਪਤਾ ਨਹੀਂ ਕਿੱਡਾ ਵੱਡਾ ਆਪਰੇਸ਼ਨ ਹੋਇਆ ਹੋਵੇ, ਜਦ ਕਿ ਕਾਨੂੰਨ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਬਨ ਹੋਇਆ ਆ ਔਰ ਈਸ਼ਰ ਸਿੰਘ ਐਡਵੋਕੇਟ ਅਨੁਸਾਰ ਉਹ ਕ੍ਰਾਈਮ ਕੇਸ ਹੈ। ਉਹਦੇ ਵਿੱਚ ਪੁਲਿਸ ਦਾ ਫਰਜ਼ ਬਣਦਾ ਸੀ ਮੁਕੱਦਮਾ ਦਰਜ ਕਰਨਾ ਤੇ ਪੁਲਿਸ ਚੋਰਾਂ ਦੇ ਨਾਲ ਰਲ ਗਈ। ਉਹ ਸੁਣਿਆ ਸੀ ਚੋਰਾਂ ਨਾਲ ਕੁੱਤੀ ਰਲ ਗਈ, ਇੱਥੇ ਕੁੱਤੀ ਚੋਰ ਸਭ ਇਕੱਠੇ ਹੋਏ ਆ। ਤੁਸੀਂ ਬਾਹਰ ਵਾਲਿਓ ਬੜੇ ਪੈਸੇ ਖਰਚੇ ਆ ਹੁਣ ਸਪੀਕਰ ਬਾਹਰ ਹੀ ਹੈ ਕੁਲਤਾਰ ਸਿੰਘ ਸੰਧਵਾ, ਇਹਨੂੰ ਪੁੱਛਿਓ ਪੈਸਾ ਬਾਹਰਲੇ ਸਿੱਖਾਂ ਨੇ ਭੇਜਿਆ ਤੇ ਵੋਟਾਂ ਇੱਥੋਂ ਦੀਆਂ ਨੇ ਪਾਈਆਂ। ਸਾਨੂੰ ਵੀ ਪਤਾ ਕਿੱਥੋਂ ਕਿੱਥੋਂ ਸਵਾਵਾਂ ਹੋਈਆਂ, ਕੀ ਕੁਛ ਹੋਇਆ। ਹੁਣ ਇਸੇ ਕੁਲਤਾਰ ਸਿੰਘ ਸੰਧਵਾ ਨੂੰ ਪੁੱਛਿਓ ਆ ਸਾਡੇ ਨਾਲ ਜਿਹੜੀ ਕਰਤੂਤ ਕੀਤੀ ਕੀ ਇਹ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਹ ਮਨੁੱਖੀ ਅਧਿਕਾਰ ਨੇ ਤੁਹਾਡੇ, ਇਹ ਆਮ ਆਦਮੀ ਸਰਕਾਰ ਹੈ, ਆਮ ਆਦਮੀ ਦੀ। ਫਿਕਰ ਨਾ ਕਰਿਓ, ਜੇ ਅਸੀਂ ਬਾਦਲ ਕਿਆਂ ਦੇ ਬਾਟੇ ਮਾਂਜ ਸਕਦੇ ਆ ਨਾ, ਹੁਣ ਤੁਹਾਡੀ ਤਿਆਰੀ ਜੇ। ਦੇਖ ਲਓ ਕਿੱਥੋਂ ਤੱਕ ਭੱਜਦੇ ਹੋ ਤੁਸੀਂ ਤੇ ਕੀ ਕਰ ਸਕਦੇ ਹੋ। ਗੁਰੂ ਕਿਰਪਾ ਕਰੇ, ਸਿਰ ਤੇ ਹੱਥ ਰੱਖੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਇਹ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿਨਨੇ ਕਦੇ ਫਤਿਹ ਸਿੰਘ ਬਣ ਕੇ ਵਜੀਦਿਆਂ ਨੂੰ ਆਖਿਆ ਸੀ, ਵਜੀਦਿਆ ਜਿੰਨਾ ਚਿਰ ਤੇਰੇ ਵਰਗੇ ਪਾਪੀ ਪੈਦਾ ਹੁੰਦੇ ਰਹਿਣਗੇ ਧਰਤੀ ਤੇ, ਉਹਨਾਂ ਚਿਰ ਉਹਨਾਂ ਦਾ ਸਰਵਨਾਸ਼ ਕਰਨ ਲਈ ਮੇਰੇ ਵਰਗੇ ਉਹ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਫਤਿਹ ਸਿੰਘ ਵੀ ਪੈਦਾ ਹੁੰਦੇ ਰਹਿਣਗੇ। ਤੇ ਮੋਬਾਈਲ ਨਾਲ ਲੈ ਗਏ ਨੇ, ਜਦੋਂ ਮੰਗਿਆ ਅੱਗੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਡੀਐਸਪੀ ਨੇ। ਉਹਦਾ ਨਾਂ ਕੀ ਸੀ? ਉਹ ਸੰਗਤ ਨੂੰ ਸਵੇਰੇ ਸਾਂਝਾ ਕਰਾਂਗੇ। ਅਜੇਪਾਲ ਸਿੰਘ ਮੌਕੇ 3 ਮਿੰਟ ਦੀ ਵੀਡੀਓ ਹੈਗੀ। ਉਹਨੇ ਸਾਡੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਜੀ, ਔਰ ਸ਼ਰਾਬ ਦੀ ਬੋ ਆ ਰਹੀ ਸੀ ਤੇ ਫਤਿਹਗੜ੍ਹ ਸਾਹਿਬ ਦੇ ਆ ਸਾਨੂੰ ਇੱਥੇ ਛੱਡਣ ਆਇਆ ਸੀਗਾ ਅੰਦਰ ਆਇਆ। ਇੱਥੋਂ ਤੱਕ ਕਿ ਮਾਨ ਸਰਕਾਰ ਦੀ ਪੁਲਿਸ ਸ਼ਰਾਬ ਪੀ ਕੇ ਹੁਣ ਗੁਰਦੁਆਰਿਆਂ 'ਚ ਵੜਨ ਦੀ ਹਿੰਮਤ ਕਰਨ ਲੱਗ ਗਈ। ਇਹ ਸਰਕਾਰ ਦਾ ਰਵੱਈਆ ਹੈ ਜੀ। ਤੇ ਬੇਨਤੀ ਕਰਦੇ ਸੰਗਤ ਜੀ, ਅਗਲਾ ਪ੍ਰੋਗਰਾਮ ਬੜੀ ਛੇਤੀ ਦਿਆਂਗੇ। ਗੁਰੂ ਰਹਿਮਤ ਕਰੇ, ਆਪਣੀਆਂ ਸੇਵਾਵਾਂ ਆਪ ਲਵੇ। ਇਹਨਾਂ ਦੀਆਂ ਇਹ ਗਿੱਦੜ ਭਬਕੀਆਂ, ਇਹਨਾਂ ਦੀਆਂ ਡਾਂਗਾਂ, ਇਹਨਾਂ ਦੀਆਂ ਗੋਲੀਆਂ, ਸਾਡੇ ਹੌਸਲੇ ਬੁਲੰਦ, ਸਾਡੀ ਸੋਚ ਬਲਵਾਨ। ਫਿਕਰ ਨਾ ਕਰੋ, ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ, ਅਸੀਂ ਉਹ ਹਾਂ ਆਰ ਜਾਵਾਂਗੇ ਜਾਂ ਪਾਰ ਜਾਵਾਂਗੇ। ਫਿਕਰ ਨਾ ਕਰਿਓ, ਅਸੀਸ ਦਿਓ। ਇੱਕ ਇਹਨਾਂ ਨੇ ਕੀ ਕਰ ਲਿਆ ਜੇ ਉੱਥੋਂ ਉਹ ਸਾਨੂੰ ਬੈਠਿਆਂ ਨੂੰ ਠਾ ਲਿਆ। ਅਗਲਾ ਪ੍ਰੋਗਰਾਮ ਫਿਰ ਦੇ ਦਿਆਂਗੇ। ਕਿੰਨਾ ਚਿਰ? ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜਿਹੜੇ ਨੇ ਉਹਨਾਂ ਤੇ ਮੁਕੱਦਮਾ ਦਰਜ ਨਹੀਂ ਹੋ ਜਾਂਦਾ। ਬਾਕੀਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ 1 ਮਿੰਟ ਆਪਣੀ ਸੰਗਤ ਨੂੰ ਜ਼ਰੂਰ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸੰਗਤ ਜੀਓ, ਇਸ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤੇ ਦੁਨੀਆ ਦੇ ਦੇਸ਼ ਵਿਦੇਸ਼ ਕੋਨੇ-ਕੋਨੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਗਤ, ਖਾਲਸਾ ਪੰਥ ਤੇ ਮਾਨਵ ਪ੍ਰਸਤ ਲੋਕਾਂ ਨੂੰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਤੇ ਦੱਸਣਾ ਚਾਹੁੰਦਾ ਕਿ ਜਿਵੇਂ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਇਹ ਦੱਸਿਆ ਕਿ ਰਾਤ ਦੇ 1:45 ਵਜੇ ਸਾਰੀ ਸੰਗਤ ਜੋ ਮੋਰਚੇ ਦੇ ਵਿੱਚ ਰਹਿ ਰਹੀ ਸੀ, ਜੋ ਕਿ ਸੋਦਰ ਸਾਹਿਬ ਜੀ ਦਾ ਪਾਠ ਕਰਕੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਰਾਮ ਕਰਨ ਦੀ ਤਿਆਰੀ ਕਰ ਰਹੀ ਸੀ, ਇੱਕਦਮ 700 ਤੋਂ 800 ਪੁਲਿਸ ਵਾਲਾ ਜਿਨ੍ਹਾਂ ਦੇ ਕੋਲ ਡਾਂਗਾ ਦੇ ਨਾਲ ਪੂਰੇ ਉਹ ਲੈਸ ਸੀਗੇ, ਇੱਕਦਮ ਆ ਕੇ ਉਹਨਾਂ ਨੇ ਸਾਨੂੰ ਇੰਨਾ ਬੁਰਾ ਵਿਹਾਰ ਕੀਤਾ ਸੰਗਤ ਦੇ ਨਾਲ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਿਸੇ ਦੇ ਜੋੜੇ ਰਹਿ ਗਏ, ਬੀਬੀਆਂ ਨੂੰ ਲੱਤਾਂ ਮਾਰੀਆਂ ਗਈਆਂ, ਬਜ਼ੁਰਗਾਂ ਦੀਆਂ ਦਸਤਾਰਾਂ ਲਾਈਆਂ ਗਈਆਂ, ਇੱਥੋਂ ਤੱਕ ਕਿ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਸੰਗਤ ਮਾਨ ਸਨਮਾਨ ਕਰਦੀ ਆ, ਜਿਹੜੇ ਕਿ ਇਸ ਮੋਰਚੇ ਦੀ ਅਗਵਾਈ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ, ਉਹਨਾਂ ਦੀ ਦਸਤਾਰ ਵੀ ਜਿਹੜੀ ਆ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਚੁੱਕ ਕੇ ਉਹਨਾਂ ਨੂੰ ਲੈ ਕੇ ਗੱਡੀ ਦੇ ਵਿੱਚ ਲਿਜਾਇਆ ਗਿਆ ਔਰ ਸਾਡੇ ਜਿਹੜੇ ਮੋਬਾਈਲ ਆ ਉਹ ਖੋਲੇ ਗਏ। ਇੱਥੋਂ ਤੱਕ ਕਿ ਸਾਡੀਆਂ ਕਾਰਾਂ ਦੀਆਂ ਚਾਬੀਆਂ, ਜੋ ਕਿ ਸਾਡੀਆਂ ਕਾਰਾਂ ਉੱਥੇ ਮੋਰਚੇ ਵਾਲੇ ਸਥਾਨ ਤੇ ਸੀਗੀਆਂ,
ਉਹ ਸਾਡੀਆਂ ਕਾਰਾਂ ਦੀਆਂ ਚਾਬੀਆਂ ਵੀ ਸਾਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅਸੀਂ ਉਹਨਾਂ ਨੂੰ ਇਸ ਗੱਲ ਦਾ ਵਿਰੋਧ ਕੀਤਾ, ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤਾ ਔਰ ਸਾਡੇ ਕੋਲ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਉਹਦੇ ਵਿੱਚ ਕੁਝ ਵੀ ਗਲਤ ਚੀਜ਼ ਰੱਖ ਸਕਦੇ ਆ। ਸਾਡਾ ਧਾਰਮਿਕ ਸਰੋਪੇ, ਸਾਡੀਆਂ ਉਹਦੇ ਵਿੱਚ ਪੋਥੀ ਸਾਹਿਬਾਨ, ਗੁਟਕਾ ਸਾਹਿਬਾਨ ਤੇ ਹੋਰ ਸੰਗਤ ਦਾ ਕਈਆਂ ਦੇ ਪੇਸ਼ੈਂਟ ਆ, ਉਹਨਾਂ ਦੀਆਂ ਦਵਾਈਆਂ ਵਗੈਰਾ ਜਿਹੜੀਆਂ ਆ ਉਹ ਉਹਨਾਂ ਦੇ ਬੈਗਾਂ ਦੇ ਵਿੱਚ ਹੈਗੀਆਂ ਆ। ਤਾਂ ਉਹ ਸਾਨੂੰ 6 ਬੰਦਿਆਂ ਨੂੰ ਜਿਨ੍ਹਾਂ ਦੀਆਂ ਗੱਡੀਆਂ ਸੀਗੀਆਂ ਉਹ ਸਾਨੂੰ ਨਾਲ ਲੈ ਕੇ ਉਸ ਮੋਰਚੇ ਦੇ ਵਿੱਚ ਗਏ। ਜਦੋਂ ਅਸੀਂ ਉੱਥੇ ਦੇਖਿਆ ਪੂਰੇ ਸੰਗਰੂਰ ਨੂੰ ਸੀਲ ਕੀਤਾ ਜਾ ਚੁੱਕਾ ਸੀ ਔਰ ਜਿਸ ਸਥਾਨ ਤੇ ਸੀਐਮ ਦੇ ਹਾਊਸ ਦੇ ਘਰ ਦੇ ਮੂਹਰੇ, ਜਿੱਥੇ ਕਿ ਸੀਐਮ ਭਗਵੰਤ ਮਾਨ ਤੇ ਉਹਦਾ ਪਰਿਵਾਰ ਨਹੀਂ ਰਹਿੰਦਾ ਹੈਗਾ, ਜਿੱਥੇ ਕਿ ਹਰ ਵੇਲੇ 200 ਬੰਦਾ ਜਿਹੜਾ ਇਹ ਕਹਿੰਦੇ ਆ ਕਿ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰ ਰਹੇ ਆ ਔਰ 200 ਬੰਦਾ ਹਰ ਵੇਲੇ ਉੱਥੇ ਤੈਨਾਤ ਰਹਿੰਦਾ ਹੈਗਾ ਉਸ ਖਾਲੀ ਕੋਠੀ ਦੀ ਰਾਖੀ ਲਈ। ਉਸ ਸਥਾਨ ਦੇ ਉੱਪਰ ਅਸੀਂ ਜਾ ਕੇ ਦੇਖਿਆ ਕਿ ਉੱਥੇ 700 ਤੋਂ ਵੱਧ ਪੁਲਿਸ ਵਾਲਾ ਜਿਹੜਾ ਆ ਉਹ ਡਾਂਗਾ ਸੋਟਿਆਂ ਦੇ ਨਾਲ ਲੈਸ ਸੀ ਔਰ ਇੰਨੀ ਜ਼ਿਆਦਾ ਪੁਲਿਸ ਸੀ ਕਿ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ 144 ਦਫਾ ਜਿਹੜੀ ਆ ਉਸ ਇਲਾਕੇ ਦੇ ਵਿੱਚ ਲਗਾਤੀ ਗਈ ਆ ਔਰ ਪੂਰਾ ਟੈਂਟ ਤੇ ਜਿੰਨੇ ਵੀ ਉੱਥੇ ਸੰਗਤ ਦੇ ਬੈਗ ਸੀਗੇ ਔਰ ਸਾਡਾ ਲੰਗਰ ਸਥਾਨ ਔਰ ਸਾਡਾ ਟੈਂਟ ਜਾਂ ਉੱਥੇ ਜੋ ਤਸਵੀਰਾਂ ਧਾਰਮਿਕ ਲਗਾਈਆਂ ਗਈਆਂ ਸੀ ਉਹ ਸਾਰੀਆਂ ਉਸ ਸ਼ਰਾਬ ਦੀ ਅਵਸਥਾ ਵਿੱਚ ਪੁਲਿਸ ਨੇ ਨਿਸਤੋ ਨਬੂਦ ਕਰਤੀਆਂ। ਹੁਣ ਸਾਰੀ ਸੰਗਤ ਨੂੰ ਇਸ ਗੱਲ ਦੀ ਅਪੀਲ ਆ ਕਿ ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਸੰਗਤ ਨੂੰ ਅਪੀਲ ਕਰਿਆ ਕਰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਮਾਣ ਤੋਂ ਬਿਨਾ ਗੁਰੂ ਸਿੱਖ ਦੇ ਲਈ ਹੋਰ ਕੋਈ ਨਹੀਂ ਹੈਗਾ, ਉਸੇ ਤਰ੍ਹਾਂ ਅੱਜ ਅਸੀਂ ਪੂਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਜੋ ਕਿ ਆਪਣੇ ਆਪ ਨੂੰ ਪੰਥ ਪ੍ਰਸਤ ਕਹਾਉਂਦਾ ਆ, ਇਹ ਦਾਅਵੇ ਕਰਦਾ ਮੀਡੀਆ ਤੇ ਕਿ ਅਸੀਂ ਬਰਗਾੜੀ ਕਾਂਡ ਦਾ ਜੋ ਇਨਸਾਫ ਦੇਵਾਂਗੇ, ਇਹ ਕਿਹੋ ਜਿਹਾ ਇਨਸਾਫ ਕੀਤਾ ਕਿ ਇੱਕ ਸੰਗਤ ਜੋ ਸਾਡੀ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ, ਵਿਰੋਧ ਕਰ ਰਹੀ ਸੀ, ਦਿਨ ਰਾਤ ਕੀਰਤਨ ਦਾ ਉੱਥੇ ਪ੍ਰਵਾਹ ਚੱਲਦਾ ਸੀ, ਉਸ ਸੰਗਤ ਨੂੰ ਅੱਤਵਾਦੀਆਂ ਬਾਅਦ ਚੱਕ ਕੇ ਉਹਨਾਂ ਦੀਆਂ ਪੱਗਾਂ ਰੋਲੀਆਂ ਗਈਆਂ, ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਤੇ ਆ ਰਾਤ ਨੂੰ 2 ਵਜੇ ਜਿਹੜਾ ਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿਖੇ ਛੱਡ ਦਿੱਤਾ ਗਿਆ। ਸੋ ਹੁਣ ਇਹ ਸੰਗਤ ਦੇ ਹੱਥ ਦੇ ਵਿੱਚ ਆ। ਸੋ ਆਪਾਂ ਇਹ ਮੋਰਚੇ ਦਾ ਅੰਤ ਨਹੀਂ ਕਰਨਾ। ਅੱਜ ਇਹ ਮੋਰਚਾ ਆਪਣੇ ਅਸਲੀ ਰੂਪ ਵਿੱਚ ਸ਼ੁਰੂ ਹੋਇਆ ਔਰ ਮੈਂ ਪੂਰੇ ਪੰਜਾਬ ਦੀ ਸੰਗਤ ਨੂੰ, ਪੂਰੇ ਦੇਸ਼ ਦੀ ਸੰਗਤ ਨੂੰ ਅਪੀਲ ਕਰਦਾ ਕਿ ਇੱਕ ਬਹੁਤ ਵੱਡਾ ਵਿਚਾਰਾਂ ਦੀ ਆਜ਼ਾਦੀ ਪ੍ਰਗਟਾਉਣ ਦੇ ਉੱਪਰ ਹਮਲਾ ਆ। ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕਾਂ ਦੀ, ਆਮ ਆਦਮੀ ਦੀ ਸਰਕਾਰ ਆ, ਉਹਨਾਂ ਦੀ ਆਵਾਜ਼ ਨੂੰ ਸੁਣਨ ਵਾਲੀ ਤੇ ਉਹਨਾਂ ਦੀ ਗੱਲ ਕਰਨ ਵਾਲੀ ਆ, ਪਰ ਆਮ ਆਦਮੀ ਦੇ ਨਾਲ ਆ ਸਲੂਕ ਕੀਤਾ ਜਾ ਰਿਹਾ। ਜਿਸ ਗੁਰੂ ਨੂੰ ਪੂਰਾ ਸੰਸਾਰ ਨਮਸਕਾਰ ਕਰਦਾ ਆ, ਅੱਜ ਉਸ ਦੀ ਇੱਜ਼ਤ ਆਬਰੂ ਲਈ ਲੜਨ ਵਾਲੇ ਲੋਕਾਂ ਨੂੰ ਰਾਤ ਨੂੰ ਲਵਾਰਸ ਹਾਲਤ ਦੇ ਵਿੱਚ ਜਿਹੜਾ ਆ ਉਹ ਸੜਕਾਂ ਦੇ ਉੱਪਰ ਛੱਡ ਦਿੱਤਾ ਜਾਂਦਾ ਆ। ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਓ ਇਸ ਮੋਰਚੇ ਨੂੰ ਤਕੜਾ ਕਰੀਏ। ਹੁਣ ਇਹ ਮੋਰਚਾ ਜਿਹੜਾ ਆ, ਇਹ ਲੜਾਈ ਜਿਹੜੀ ਆ ਇਹ ਹੋਰ ਵੱਧ ਤਰੀਕੇ ਨਾਲ ਮਜ਼ਬੂਤੀ ਦੇ ਨਾਲ ਲੜੀ ਜਾਣੀ ਚਾਹੀਦੀ ਆ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਪਣੇ ਸਾਰੇ ਮਤਭੇਦ ਭੁਲਾ ਕੇ ਆਓ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਸਰੂਪਾਂ ਦਾ ਇਨਸਾਫ ਲੈਣ ਦੇ ਲਈ ਭਾਈ ਬਲਦੇਵ ਸਿੰਘ ਜੀ ਵਡਾਲਾ ਦਾ ਸਾਥ ਦਈਏ ਔਰ ਨਾਲ ਦੀ ਨਾਲ ਭਗਵੰਤ ਮਾਨ ਸਰਕਾਰ ਨੂੰ ਉਹਦਾ ਅਸਲੀ ਚਿਹਰਾ ਜਿਹੜਾ ਆ ਉਹ ਅੱਜ ਪਤਾ ਲੱਗ ਗਿਆ ਕਿ ਬਾਦਲ ਕੇ ਤੇ ਭਗਵੰਤ ਮਾਨ ਜਿਹੜੇ ਆ ਉਹ ਇੱਕ ਆ, A B ਟੀਮ ਦੇ ਤੌਰ ਤੇ ਕੰਮ ਕਰ ਰਹੇ ਆ। ਸੋ ਇਹਨਾਂ ਦਾ ਬੇੜਾ ਜਿਹੜਾ ਹੈਗਾ ਆ, ਤੁਸੀਂ ਸੰਗਤ ਜੀ ਪਾਰ ਲਗਾਉਣਾ ਹੈਗਾ ਆ। ਅਸੀਂ ਇਹਨਾਂ ਨੂੰ ਕਰੜੀਆਂ ਸਜ਼ਾਵਾਂ ਦੇਣੀਆਂ ਹੈਗੀਆਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਵਾਜ਼ ਖਰਾਬ ਹੈ। ਸਾਧ ਸੰਗਤ ਜੀ, ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਚਰਨਾਂ 'ਚ ਖੜੇ ਆ। ਅਸੀਂ ਸੰਗਤ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨਾਂ ਜਰਵਾਣਿਆਂ ਨੇ ਜੋ ਕੋਟਕਪੂਰੇ ਚੌਂਕ ਦੇ ਵਿੱਚ ਹੋਇਆ ਸੀ ਉਹੀ ਕੁਝ ਕਰ ਵਿਖਾਇਆ। ਡਾਂਗਾ ਸੋਟਿਆਂ ਦੇ ਨਾਲ ਸਿੱਖਾਂ ਨੂੰ ਕੁੱਟਿਆ ਗਿਆ, ਉਹਨਾਂ ਦੀਆਂ ਪੱਗਾਂ ਰੋਲੀਆਂ ਗਈਆਂ। ਸਾਧ ਸੰਗਤ ਜੀ, ਲੰਗਰਾਂ ਦੇ ਵਿੱਚੋਂ ਭੱਠੀਆਂ ਚੁੱਲ੍ਹੇ ਚੱਕ ਚੱਕ ਪਰਾਂ ਸਿੱਟੇ ਗਏ, ਸਿੱਖਾਂ ਦੇ ਟੈਂਟ ਪਾੜੇ ਗਏ, ਸਿੱਖਾਂ ਨਾਲ ਜਕੜੀਆਂ ਖਾਣ ਵਾਲਾ ਵਿਹਾਰ ਕੀਤਾ। ਖਾਲਸਾ ਜੀ, ਲੋੜ ਅੱਜ ਸਾਨੂੰ ਇੱਕ ਹੋਣ ਦੀ, ਸਾਡਾ ਸਾਥ ਦਿਓ। ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਨੇ। ਗੁਰੂ ਗ੍ਰੰਥ ਸਾਹਿਬ ਦੀ ਖਾਤਰ ਸਿੱਖ ਲੜ ਰਹੇ ਨੇ ਕਿਉਂਕਿ ਇਹ ਜਰਵਾਣੇ ਨੇ, ਇਹ ਉਹ ਜਰਵਾਣੇ ਹਨ। ਬਾਦਲ, ਭਗਵੰਤ ਮਾਨ ਇਕੱਠੇ ਹਨ ਕਿਉਂਕਿ ਕੱਲ ਗੁਰਸਾਗਰ ਗੁਰਮਸਤਾਨਾ ਸਾਹਿਬ ਦੀ ਵੀ ਇਹਨਾਂ ਨੇ ਬੇਅਦਬੀ ਕਰਵਾ ਦੇਣੀ ਸੀ। ਚਿੰਗੇ ਧੰਨ ਭਾਗੋ ਗੁਰਸਿੱਖਾਂ ਦੇ ਜਿਨ੍ਹਾਂ ਨੇ ਪੱਤ ਬਚਾਈ। ਖਾਲਸਾ ਜੀ, ਇਹ ਉਹ ਜਰਵਾਣੇ ਲੋਕ ਨੇ, ਜਕੜੀਆ ਖਾਨ ਵਰਗੇ। ਕਿਸੇ ਨੇ ਲਿਖਿਆ, ਕਹਿੰਦੇ ਜਦੋਂ ਡੁੱਬਦੀ ਹੈ ਕਿਸ਼ਤੀ ਕਿਨਾਰੇ ਵੇਖਦੇ ਰਹਿੰਦੇ ਨੇ। ਅੱਜ ਭਗਵੰਤ ਮਾਨ ਦਾ ਬੇੜਾ ਡੁੱਬੂਗਾ, ਜ਼ਰੂਰ ਡੁੱਬੂ, ਗਰੰਟੀ ਨਾਲ। ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕਹਿ ਰਿਹਾ। ਖਾਲਸਾ ਜੀ, ਆਓ ਅੱਜ ਸਾਥ ਦਈਏ। ਇਹਨਾਂ ਜ਼ਾਲਮਾਂ ਦਾ ਬੇੜਾ ਡੁੱਬੇਗਾ। ਮਾਤਾ ਗੁਜਰ ਕੌਰ ਡੁੱਬੇਗੀ ਜਿਨ੍ਹਾਂ ਨੇ ਸਿੱਖਾਂ ਨੂੰ
ਕੁੱਟਿਆ ਗਿਆ। ਕੀਰਤਨ ਕਰਦਿਆਂ ਨੂੰ ਖਾਲਸਾ ਜੀ ਅਰਦਾਸ ਕੀਤੀ ਜਾਂਦੀ ਸੀ ਸਭ ਦੇ ਭਲੇ ਲਈ, ਪਰ ਇਹਨਾਂ ਜਰਵਾਣਿਆਂ ਨੇ ਸਾਡੇ ਲੰਗਰਾਂ ਦੇ ਵਿੱਚ ਨੂਣ ਖਾ ਕੇ ਹਰਾਮ ਕੀਤਾ। ਪਰ ਜੋ ਗੁਰਸਿੱਖ ਨੇ ਜਿਨ੍ਹਾਂ ਨੇ ਜ਼ਾਲਮਾਂ ਦਾ ਪਾਣੀ ਤੱਕ ਨਹੀਂ ਪੀਤਾ, ਇਹਨਾਂ ਨੇ ਪਾਣੀ ਪਿਉਣ ਦੀ ਕੋਸ਼ਿਸ਼ ਕੀਤੀ ਰਸਤੇ ਦੇ ਵਿੱਚ, ਪਰ ਸਿੱਖ ਕਹਿਣ ਲੱਗੇ ਜਰਵਾਣਿਓ ਅਸੀਂ ਤੁਹਾਡਾ ਪਾਣੀ ਤੱਕ ਨਹੀਂ ਪੀਵਾਂਗੇ, ਅਸੀਂ ਇਸੇ ਤਰ੍ਹਾਂ ਗੱਜਦੇ ਰਹਾਂਗੇ। ਤੁਹਾਡੇ ਜਿਸ ਤਰ੍ਹਾਂ ਪਹਿਲਾਂ ਸਿੰਘ ਜਕਾਰੇ ਲਾਉਂਦੇ ਰਹੇ, ਖਾਲਸਾ ਜੀ ਜਕਾਰੇ ਲਾਉਂਦੀਆਂ ਹੋਈਆਂ ਫੌਜਾਂ ਅੱਜ ਸੱਚਖੰਡ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੀਆਂ ਹਨ। ਖਾਲਸਾ ਜੀ ਆਓ ਇਕੱਠੇ ਹੋਈਏ, ਕੱਲ ਨੂੰ ਇਕੱਠੇ ਹੋ ਕੇ ਦਿਖਾ ਦਈਏ, ਹਾਈਵੇ ਜਾਮ ਕੀਤੇ ਜਾਣ ਅਤੇ ਦੱਸ ਦਈਏ ਵੀ ਕਿਵੇਂ ਸਿੱਖਾਂ ਦੀ ਪੱਤ ਲੁੱਟੀ ਦੀ ਹੈ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਜ਼ਾਲਮ ਲੋਕਾਂ ਨੂੰ, ਕਿਉਂਕਿ ਅਸੀਂ ਕੋਈ ਨੌਕਰੀਆਂ ਮੰਗਣ ਲਈ ਨਹੀਂ ਸੀ ਬੈਠੇ। ਅਸੀਂ ਖਾਲਸਾ ਜੀ ਅਸੀਂ ਸਭ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹਿਸਾਬ ਕਰਾਉਣ ਵਾਸਤੇ ਬੈਠੇ ਸੀ। ਅਸੀਂ ਕਿਹਾ ਸੀ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਭਾਈ ਉਹਨਾਂ ਤੇ FIR ਦਰਜ ਕੀਤੀ ਜਾਵੇ, ਕਿਉਂਕਿ ਐਸਾ ਕਾਨੂੰਨ ਬਣਾਇਆ ਜਾਵੇ ਕੋਈ ਗੁਰੂ ਗ੍ਰੰਥ ਸਾਹਿਬ ਤੱਕ ਉਂਗਲ ਨਾ ਕਰ ਸਕੇ। ਖਾਲਸਾ ਜੀ ਇਹਨਾਂ ਨੇ ਉਲਟ ਕੀਤਾ, ਸਿੱਖਾਂ ਤੇ ਕੀਰਤਨ ਕਰਦਿਆਂ ਤੇ ਡਾਂਗਾਂ ਗੋਲੀਆਂ ਤੱਕ ਕਸਰ ਨਹੀਂ ਛੱਡੀ, ਇੰਨਾ ਸ਼ੁਕਰ ਗੋਲੀਆਂ ਨਾ ਚਲਾਤੀਆਂ। ਅਸੀਂ ਤਾਂ ਕਿਹਾ ਸੀ ਅਸੀਂ ਆਰ ਪਾਰ ਦੀ ਜੰਗ ਲੜਨ ਲਈ ਬੈਠੇ ਆ ਭਾਈ। ਹੁਣ ਤੁਸੀਂ ਉਹੀ ਜੋ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਰਹੇ ਹੋ, 92-91 ਵਾਲਾ ਬਿਹਾਰ ਵੀ ਕਰ ਲਓ, ਪਰ ਅਸੀਂ ਮਾਰਿਆ ਕਦੇ ਨਹੀਂ ਮੁੱਕਾਂਗੇ। ਅਸੀਂ ਐਸੇ ਲੋੜ ਸੜਕਾਂ ਤੇ ਮੁੱਕਾਂਗੇ। ਅਸੀਂ ਕਲਗੀਧਰ ਦੇ ਪੁੱਤ ਹਾਣ ਕੀਲੇ, ਅਸੀਂ ਚਾਹੁੰਦੇ ਨਹੀਂ ਕਿਸੇ ਤੋਂ ਕੀਲੇ। ਕਲਗੀਧਰ ਦਸ਼ਮੇਸ਼ ਪਿਤਾ ਦੇ ਪੁੱਤਰ ਸਾਡੇ ਦਸਤਾਰੇ ਲੀਲੇ, ਅਸੀਂ ਕਿਸੇ ਤੋਂ ਜਾਂਦੇ ਨਹੀਂ ਕੀਲੇ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤਰਨਤਾਰਨ ਤੋਂ ਸਿੱਖ ਸਤਪਾਲਨ ਦਲ ਦਾ ਸੇਵਾਦਾਰ। ਅੱਜ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਰਹਿਰਾਸ ਦਾ ਪਾਠ ਕੀਤਾ, ਜੋ ਸਮਾਪਤੀ ਹੋਈ ਲੰਗਰ ਤੋਂ ਬਾਅਦ ਸੰਗਤਾਂ ਵਾਰ-ਵਾਰ ਆਪਣੇ ਘਰ ਜਾ ਰਹੀ ਸੀ। ਉਸ ਤੋਂ ਬਾਅਦ ਭਾਈ ਸਾਹਿਬ ਨੇ ਸਾਡੀਆਂ ਡਿਊਟੀਆਂ ਲਾਉਣੀਆਂ ਸੀ, 2-3 ਸਿੰਘਾਂ ਦੀ ਡਿਊਟੀਆਂ ਲਾਉਂਦੇ ਆ ਕਿ ਪੈਰੇ ਤੇ ਰਹਿਣਾ। ਜਦੋਂ ਵੀ ਥੋੜੀ ਦੇਰ ਤੱਕ ਡਿਊਟੀਆਂ ਲੱਗੀਆਂ, ਉਸ ਤੋਂ ਬਾਅਦ ਪੁਲਿਸ ਆਈ ਹੈ, 6-7 ਹੋ ਗਿਆ। ਪਰ ਜੋ ਇਹਨਾਂ ਨੇ ਮਨ ਅਸੀਂ ਤੇ ਕਰਮਾ ਭਾਗਾਂ ਵਾਲੇ ਮਾਤਾ ਗੁਜਰ ਕੌਰ ਸਾਹਿਬ ਕੌਰ ਦੇ ਘਰ ਆਏ ਹਾਂ ਨਾ, ਇਹ ਸਾਡਾ ਉਹ ਜਗ੍ਹਾ ਵਾ ਜਿੱਥੇ ਸਾਡਾ ਬਚਪਨ ਆ। ਅਸੀਂ ਸ਼ੁਕਰ ਕਰਦੇ ਕਿ ਤਦ ਸਾਨੂੰ ਧਰਤੀ ਨਸੀਬ ਹੋਈ, ਪਰ 5 ਦਿਨ ਤੋਂ ਧਰਨੇ ਤੇ ਬੈਠੀ ਹੈ, ਜਿਹਦੀ ਸ਼ਾਂਤੀ ਗੁਰਬਾਣੀ 3 ਟਾਈਮ ਬਾਣੀ ਪੜ੍ਹਦੀ ਪਈ ਹੈ। ਐਸੀ ਸੰਗਤ ਮੈਂ ਵੀ ਕਦੀ ਵੇਖੀ ਨਹੀਂ ਹੈ। ਜੋ ਭਾਈ ਹਜੂਰੀ ਰਾਗੀ 15 ਸਾਲ ਤੋਂ ਭਾਈ ਬਲਦੇਵ ਸਿੰਘ ਨਾਲ ਮੋਢੇ ਨਾਲ ਮੋਢੇ ਲਾ ਕੇ ਖਲੋਤੇ ਹਾਂ। ਦਾਸ ਛੋਟੀ ਕੀ ਬੇਨਤੀ ਪ੍ਰਵਾਨ ਕਰਦਾ, ਐਸੀ ਆਮ ਪਾਰਟੀ ਕੋ ਇਹਨੇ ਸਵਾਹ ਪਾਲੀ ਜੋ ਆਪਣੇ ਸਿਰ ਤੇ। ਦਾਸ ਸੋਚ ਸਮਝ ਕੇ ਗੱਲ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਹਣਤ